ओम शांति। अज 20/8/2022 की बाणी है। बाबा आखदे ने, मिठे बच्चे, इस रूहानी पढ़ाई नूं कदे मिस नहीं करना। इस पढ़ाई नाल ही तुहानूं विश्व दी बादशाही मिलेगी। अज दा प्रश्न है, किहड़ा निश्चय पक्का होवे तां पढ़ाई कदे भी मिस ना करन। अज बाबा दा उत्तर है, जेकर निश्चय होवे खुद भगवान टीचर रूप विच पढ़ा रहे है। इस पढ़ाई नाल ही सानू विश्व दी बादशाही दा वरसा मिलेगा अते ऊंच स्टेटस भी मिलेगा। बाप सानू नाल भी लै जाणगे तां पढ़ाई कदे मिस नहीं करो। निश्चय ना होण दे कारण पढ़ाई ते ध्यान नहीं हुंदा, मिस कर दिंदे है। गीत है अज दा, हमारे तीर्थ न्यारे है। ओम शांति। मिठे मिठे बच्चे, पास्ट दे सत्संग अते हुण दे सत्संग दे अनुभवी है। पास्ट मतलब इस सत्संग विच आण तो पहला बुद्धि विच की हुंदा सी अते हुण बुद्धि विच की रहिंदा है। ਇਹ दिन रात ਦਾ फर्क ਵੇਖਣ ਵਿੱਚ ਆਉਂਦਾ ਹੋਵੇਗਾ। ਉਹਨਾਂ ਸਤਸੰਗਾਂ ਵਿੱਚ ਤੇ ਸਿਰਫ ਸੁਣਦੇ ਹੀ ਰਹਿੰਦੇ ਹੈ, ਕੋਈ ਆਸ ਦਿਲ ਵਿੱਚ ਨਹੀਂ ਰਹਿੰਦੀ। ਬਸ ਸਤਸੰਗ ਵਿੱਚ ਜਾ ਕੇ ਵਚਨ ਸ਼ਾਸਤਰਾਂ ਦਾ ਸੁਣਨਾ ਹੁੰਦਾ ਹੈ। ਇੱਥੇ ਤੁਸੀਂ ਬੱਚੇ ਬੈਠੇ ਹੈ, ਬੁੱਧੀ ਵਿੱਚ ਹੈ ਕਿ ਅਸੀਂ ਆਤਮਾਵਾਂ ਬਾਪ ਦਾਦਾ ਦੇ ਸਾਹਮਣੇ ਬੈਠੇ ਹਾਂ ਅਤੇ ਉਹਨਾਂ ਤੋਂ ਅਸੀਂ ਸਵਰਗ ਦਾ ਵਰਸਾ ਲੈਣ ਦੇ ਲਈ ਗਿਆਨ ਅਤੇ ਯੋਗ ਸਿੱਖ ਰਹੇ ਹਾਂ। ਜਿਵੇਂ ਸਕੂਲ ਵਿੱਚ ਸਟੂਡੈਂਟ ਸਮਝਦੇ ਹੈ ਕਿ ਅਸੀਂ ਬਰਿਸਟਰ ਜਾਂ ਇੰਜੀਨੀਅਰ ਬਣਨਗੇ, ਕੋਈ ਨਾ ਕੋਈ ਇਮਤਿਹਾਨ ਪਾਸ ਕਰ ਇਹ ਪਦਵੀ ਪਾਵਾਂਗੇ। ਇਹ ਖਿਆਲ ਆਤਮਾ ਨੂੰ ਆਉਂਦਾ ਹੈ, ਹੁਣ ਅਸੀਂ ਪੜ੍ਹ ਕੇ ਫਲਾਨਾ ਬਣਾਂਗੇ। ਸਤਸੰਗ ਵਿੱਚ ਕੋਈ ਏਮ ਨਹੀਂ ਰਹਿੰਦਾ ਹੈ ਕੀ ਪ੍ਰਾਪਤੀ ਹੋਵੇਗੀ, ਕਰਕੇ ਕੋਈ ਆਸ ਹੋਵੇਗੀ ਵੀ ਤਾਂ ਉਹ ਅਲਪ ਕਾਲ ਦੇ ਲਈ ਸਾਧੂ ਸੰਤਾਂ ਤੇ ਮੰਗਣਗੇ ਕਿ ਕਿਰਪਾ ਕਰੋ, ਆਸ਼ੀਰਵਾਦ ਕਰੋ। ਇਹ ਭਗਤੀ ਜਾਂ ਸਤਸੰਗ ਆਦਿ ਕਰਦੇ ਇੱਥੇ ਤੱਕ ਆ ਕੇ ਪਹੁੰਚੇ ਹੈ। ਹੁਣ ਅਸੀਂ ਬਾਪ ਦੇ ਸਾਹਮਣੇ ਬੈਠੇ ਹਾਂ। ਇੱਕ ਹੀ ਆਸ ਹੈ ਆਤਮਾ ਨੂੰ ਬਾਪ ਤੋਂ ਵਰਸਾ ਲੈਣ ਦੀ। ਉਹਨਾਂ ਸਤਸੰਗਾਂ ਵਿੱਚ ਵਰਸਾ ਲੈਣ ਦੀ ਗੱਲ ਨਹੀਂ ਰਹਿੰਦੀ, ਸਕੂਲ ਅਤੇ ਕਾਲਜ ਵਿੱਚ ਵੀ ਵਰਸਾ ਪਾਉਣ ਦੀ ਗੱਲ ਨਹੀਂ ਰਹਿੰਦੀ। ਉਹ ਤਾਂ ਟੀਚਰ ਹੈ, ਪੜ੍ਹਾਉਣ ਵਾਲਾ। ਵਰਸੇ ਦੀ ਆਸ ਇਸ ਸਮੇਂ ਤੁਸੀਂ ਬੱਚੇ ਲਾ ਕੇ ਬੈਠੇ ਹੈ। ਬਰੋਬਰ ਬਾਪ ਪਰਮਧਾਮ ਤੋਂ ਆਇਆ ਹੋਇਆ ਹੈ, ਸਾਨੂੰ ਫਿਰ ਤੋਂ ਸਦਾ ਸੁੱਖ ਦਾ ਸਵਰਾਜ ਦੇਣ। ਇਹ ਬੱਚਿਆਂ ਦੀ ਬੁੱਧੀ ਵਿੱਚ ਵੀ ਜ਼ਰੂਰ ਰਹੇਗਾ ਨਾ। ਫਿਰ ਵੀ ਸਮਝਦੇ ਹੈ ਬਾਪ ਦੇ ਸਨਮੁਖ ਜਾਣ ਨਾਲ ਗਿਆਨ ਦੇ ਚੰਗੇ ਵਾਣ ਲੱਗਣਗੇ, ਕਿਉਂਕਿ ਉਹ ਸਰਵ ਸ਼ਕਤੀਵਾਨ ਹੈ। ਬੱਚੇ ਵੀ ਗਿਆਨ ਬਾਣ ਮਾਰਨੇ ਸਿੱਖਦੇ ਹੈ, ਪਰੰਤੂ ਨੰਬਰਵਾਰ ਪੁਰਸ਼ਾਰਥ ਅਨੁਸਾਰ। ਇੱਥੇ ਵੀ ਡਾਇਰੈਕਟ ਸੁਣਦੇ ਹੈ, ਸਮਝਦੇ ਹੈ ਬਾਬਾ ਸਮਝਾ ਰਹੇ ਹੈ। ਹੋਰ ਕਿਸੇ ਕਾਲਜ ਜਾਂ ਸਤਸੰਗ ਵਿੱਚ ਇਵੇਂ ਨਹੀਂ ਸਮਝਣਗੇ। ਅਸੀਂ ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਲੈ ਰਹੇ ਹਾਂ। ਅਸੀਂ ਇਸ ਸ੍ਰਿਸ਼ਟੀ ਚੱਕਰ ਨੂੰ ਜਾਣ ਗਏ ਹਾਂ। ਇਹਨਾਂ ਸਤਸੰਗਾਂ ਵਿੱਚ ਤਾਂ ਜਨਮ ਜਨਮੰਤਰ ਜਾਂਦੇ ਹੀ ਰਹਿੰਦੇ ਹੈ। ਇੱਥੇ ਹੈ ਹੀ ਇੱਕ ਵਾਰ ਦੀ ਗੱਲ। ਭਗਤੀ ਮਾਰਗ ਵਿੱਚ ਜੋ ਕੁਝ ਕਰਦੇ ਹੁਣ ਪੂਰਾ ਹੁੰਦਾ ਹੈ, ਉਹਨਾਂ ਵਿੱਚ ਕੋਈ ਸਾਰ ਨਹੀਂ ਹੈ, ਤਾਂ ਵੀ ਅਲਪ ਕਾਲ ਦੇ ਲਈ ਮਨੁੱਖ ਕਿੰਨਾ ਮੱਥਾ ਮਾਰਦੇ ਹੈ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਰਹਿੰਦਾ ਹੈ, ਸਾਨੂੰ ਬਾਬਾ ਪੜ੍ਹਾ ਰਹੇ ਹੈ। ਬਾਬਾ ਹੀ ਬੁੱਧੀ ਵਿੱਚ ਯਾਦ ਆਵੇਗਾ ਅਤੇ ਆਪਣੀ ਗਵਾਈ ਹੋਈ ਰਾਜਧਾਨੀ ਯਾਦ ਆਵੇਗੀ। ਹੁਣ ਅਸੀਂ ਜਿੰਨਾ ਪੁਰਸ਼ਾਰਥ ਕਰਾਂਗੇ, ਬਾਬਾ ਨੂੰ ਯਾਦ ਕਰਾਂਗੇ ਅਤੇ ਗਿਆਨ ਦੀ ਧਾਰਨਾ ਵਿੱਚ ਰਹਾਂਗੇ, ਹੋਰਨਾਂ ਨੂੰ ਵੀ ਗਿਆਨ ਦੀ ਧਾਰਨਾ ਕਰਾਵਾਂਗੇ, ਉਹਨਾਂ ਉੱਚ ਪਦਵੀ ਪਾਵਾਂਗੇ। ਇਹ ਤਾਂ ਹਰੇਕ ਦੀ ਬੁੱਧੀ ਵਿੱਚ ਹੈ ਨਾ। ਬਾਪ ਇਸ ਪ੍ਰਜਾਪਿਤਾ ਬ੍ਰਹਮਾ ਦੁਆਰਾ ਸਮਝਾ ਰਹੇ ਹੈ, ਇਹਨਾਂ ਨੂੰ ਦਾਦਾ ਹੀ ਕਹਾਂਗੇ। ਸ਼ਿਵ ਬਾਬਾ ਇਹਨਾਂ ਵਿੱਚ ਪ੍ਰਵੇਸ਼ ਕਰਕੇ ਸਾਨੂੰ ਪੜ੍ਹਾ ਰਹੇ ਹੈ। ਤੁਸੀਂ ਜਾਣਦੇ ਹੋ, ਪਹਿਲਾਂ ਇਹ ਗੱਲਾਂ ਸਾਡੀ ਬੁੱਧੀ ਵਿੱਚ ਨਹੀਂ ਸੀ। ਅਸੀਂ ਵੀ ਬਹੁਤ ਸਤਸੰਗ ਆਦਿ ਕਰਦੇ ਸੀ, ਪਰੰਤੂ ਇਹ ਖਿਆਲ ਵਿੱਚ ਵੀ ਨਹੀਂ ਹੈ ਕਿ ਪਰਮ ਪਿਤਾ ਪਰਮਾਤਮਾ ਬ੍ਰਹਮਾ ਦੁਆਰਾ
ਆ ਕੇ ਕਦੋਂ ਪੜ੍ਹਾਉਂਦੇ ਹੈ। ਹੁਣ ਬਾਪ ਨੂੰ ਅਤੇ ਸਮੇਂ ਨੂੰ ਜਾਣ ਗਏ ਹੈ। ਨਵੀਂ ਦੁਨੀਆ ਸਵਰਗ ਦਾ ਸਵਰਾਜ ਫਿਰ ਤੋਂ ਯਾਦ ਆਉਂਦਾ ਹੈ। ਅੰਦਰ ਵਿੱਚ ਖੁਸ਼ੀ ਰਹਿੰਦੀ ਹੈ। ਬੇਹੱਦ ਦਾ ਬਾਪ ਜਿਸ ਨੂੰ ਭਗਵਾਨ ਕਹਿੰਦੇ ਹੈ ਉਹ ਸਾਨੂੰ ਪੜ੍ਹਾ ਰਹੇ ਹੈ। ਬਾਬਾ ਪਤਿਤ ਪਾਵਨ ਤਾਂ ਹੈ ਹੀ, ਫਿਰ ਟੀਚਰ ਦੇ ਰੂਪ ਵਿੱਚ ਸਾਨੂੰ ਬੈਠ ਪੜ੍ਹਾਉਂਦੇ ਹੈ। ਇਸ ਦੁਨੀਆ ਵਿੱਚ ਕੋਈ ਵੀ ਇਸ ਖਿਆਲਾਤ ਵਿੱਚ ਨਹੀਂ ਬੈਠੇ ਹੋਵੇਗਾ ਸਿਵਾਏ ਤੁਸੀਂ ਬੱਚਿਆਂ ਦੇ। ਤੁਸੀਂ ਬੇਹੱਦ ਬਾਪ ਦੀ ਯਾਦ ਵਿੱਚ ਬੈਠੇ ਹੈ। ਅੰਦਰ ਵਿੱਚ ਸਮਝ ਹੈ ਅਸੀਂ ਆਤਮਾਵਾਂ 84 ਜਨਮਾਂ ਦਾ ਪਾਠ ਪੂਰਾ ਕਰ ਵਾਪਿਸ ਜਾਂਦੀ ਹੈ। ਫਿਰ ਸਵਰਗ ਵਿੱਚ ਜਾਣ ਦੇ ਲਈ ਬਾਪ ਸਾਨੂੰ ਰਾਜਯੋਗ ਦੀ ਸਿੱਖਿਆ ਦੇ ਰਹੇ ਹੈ। ਬੱਚੇ ਜਾਣਦੇ ਹੈ ਇਹ ਰਾਜਯੋਗ ਦੀ ਸਿੱਖਿਆ ਦੇ ਸਵਰਗ ਦਾ ਮਹਾਰਾਜਾ ਮਹਾਰਾਣੀ ਬਣਾਉਣ ਵਾਲਾ ਬਾਪ ਤੇ ਸਿਵਾਏ ਹੋਰ ਕੋਈ ਹੋ ਨਹੀਂ ਸਕਦਾ। ਇੰਪੋਸੀਬਲ ਹੈ। ਬਾਬਾ ਇੱਕ ਹੀ ਵਾਰ ਆ ਕੇ ਪੜ੍ਹਾਉਂਦੇ ਹੈ ਸਵਰਗ ਦਾ ਮਾਲਿਕ ਬਣਾਉਣ ਦੇ ਲਈ। ਬੁੱਧੀ ਵਿੱਚ ਰਹਿੰਦਾ ਹੈ ਅਸੀਂ ਬੱਚੇ ਬਾਪ ਦੁਆਰਾ ਬੇਹੱਦ ਸ੍ਰਿਸ਼ਟੀ ਦਾ ਸਵਰਾਜ ਲੈਣ ਲਈ ਪੜ੍ਹਾਈ ਪੜ੍ਹ ਰਹੇ ਹਾਂ। ਏਮ ਆਬਜੈਕਟ ਦੀ ਤਾਕਤ ਨਾਲ ਹੀ ਪੜ੍ਹਦੇ ਹਾਂ। ਹੁਣ ਤੁਸੀਂ ਮਿੱਠੇ ਮਿੱਠੇ ਬੱਚਿਆਂ ਦੀ ਬੁੱਧੀ ਵਿੱਚ ਹੈ ਅਸੀਂ ਕਿੱਥੇ ਬੈਠੇ ਹਾਂ। ਮਨੁੱਖ ਦੇ ਖਿਆਲਾਤ ਤੇ ਕਿਤੇ ਨਾ ਕਿਤੇ ਚੱਲਦੇ ਹੀ ਰਹਿੰਦੇ ਹੈ। ਪੜ੍ਹਾਈ ਦੇ ਸਮੇਂ ਪੜ੍ਹਨ ਤੇ ਖੇਡਦੇ ਸਮੇਂ ਖੇਡਣ ਤੇ। ਤੁਸੀਂ ਜਾਣਦੇ ਹੋ ਅਸੀਂ ਬੇਹੱਦ ਬਾਪ ਦੇ ਸਾਹਮਣੇ ਬੈਠੇ ਹਾਂ। ਪਹਿਲਾਂ ਨਹੀਂ ਜਾਣਦੇ ਸੀ। ਕੋਈ ਵੀ ਮਨੁੱਖ ਮਾਤਰ ਨਹੀਂ ਜਾਣਦਾ ਹੈ ਕਿ ਭਗਵਾਨ ਆ ਕੇ ਰਾਜਯੋਗ ਸਿਖਾਉਂਦੇ ਹੈ। ਹੁਣ ਤੁਸੀਂ ਬੱਚਿਆਂ ਨੇ ਸਮਝਾਇਆ ਹੈ। ਜਨਮ ਜਨਮਾਂਤਰ ਅਸੀਂ ਭਗਤੀ ਕਰਦੇ ਆਏ ਹਾਂ। ਇਹ ਗਿਆਨ ਬਾਪ ਦੇ ਸਿਵਾਏ ਕੋਈ ਵੀ ਦੇ ਨਹੀਂ ਸਕਦਾ। ਜਦੋਂ ਤੱਕ ਬਾਪ ਨਾ ਆਣ ਵਿਸ਼ਵ ਦੇ ਮਾਲਿਕ ਪਨੇ ਦਾ ਵਰਸਾ ਮਿਲੇ ਕਿਵੇਂ। ਬਾਬਾ ਆਖਦੇ ਨੇ ਨਾ ਕਿਸੇ ਦੀ ਬੁੱਧੀ ਵਿੱਚ ਇਹ ਆਉਂਦਾ ਹੈ ਅਸੀਂ ਭਗਵਾਨ ਦੇ ਬੱਚੇ ਹਾਂ। ਉਹ ਸਵਰਗ ਦਾ ਰਚయిਤਾ ਹੈ। ਫਿਰ ਅਸੀਂ ਸਵਰਗ ਵਿੱਚ ਕਿਵੇਂ ਨਹੀਂ ਹਾਂ। ਨਰਕ ਵਿੱਚ ਦੁਖੀ ਕਿਉਂ ਹਾਂ। ਹੇ ਭਗਵਾਨ ਹੇ ਪਤਿਤ ਪਾਵਨ ਕਹਿੰਦੇ ਹਾਂ, ਪਰੰਤੂ ਇਹ ਬੁੱਧੀ ਵਿੱਚ ਨਹੀਂ ਆਉਂਦਾ ਕਿ ਅਸੀਂ ਦੁਖੀ ਕਿਉਂ ਹਾਂ। ਬਾਪ ਬੱਚਿਆਂ ਨੂੰ ਦੁੱਖ ਦਿੰਦੇ ਹੈ ਕਿ ਬਾਪ ਸ੍ਰਿਸ਼ਟੀ ਰਚਦੇ ਹੈ ਬੱਚਿਆਂ ਦੇ ਲਈ ਕਿ ਦੁੱਖ ਦੇ ਲਈ। ਇਹ ਤਾਂ ਹੋ ਨਹੀਂ ਸਕਦਾ। ਹੁਣ ਤੁਸੀਂ ਬੱਚੇ ਸ਼੍ਰੀਮਤ ਤੇ ਚੱਲਣ ਵਾਲੇ ਹੈ। ਭਾਵੇਂ ਕਿੱਥੇ ਵੀ ਦਫ਼ਤਰ ਜਾਂ ਧੰਦੇ ਵਿੱਚ ਬੈਠੇ ਹੈ ਪਰ ਬੁੱਧੀ ਵਿੱਚ ਤੇ ਇਹ ਹੈ ਨਾ ਸਾਨੂੰ ਪੜ੍ਹਾਉਣ ਵਾਲਾ ਭਗਵਾਨ ਬਾਪ ਹੈ। ਸਾਨੂੰ ਰੋਜ਼ ਸਵੇਰੇ ਕਲਾਸ ਵਿੱਚ ਜਾਣਾ ਹੁੰਦਾ ਹੈ। ਕਲਾਸ ਵਿੱਚ ਜਾਣ ਵਾਲਿਆਂ ਨੂੰ ਹੀ ਯਾਦ ਪੈਦਾ ਹੋਵੇਗਾ। ਬਾਕੀ ਜੋ ਕਲਾਸ ਵਿੱਚ ਵੀ ਨਹੀਂ ਆਉਂਦੇ ਉਹ ਪੜ੍ਹਾਈ ਜਾਂ ਪੜ੍ਹਾਉਣ ਵਾਲੇ ਨੂੰ ਸਮਝ ਕਿਵੇਂ ਸਕਦੇ ਹੈ। ਇਹ ਨਵੀਆਂ ਗੱਲਾਂ ਹੈ ਜਿਨ੍ਹਾਂ ਨੂੰ ਤੁਸੀਂ ਹੀ ਜਾਣਦੇ ਹੈ। ਬੇਹੱਦ ਦਾ ਬਾਪ ਜੋ ਨਈ ਦੁਨੀਆ ਰਚਣ ਵਾਲਾ ਹੈ ਉਹ ਬੈਠਾ ਨਹੀਂ ਨਈ ਦੁਨੀਆ ਦੇ ਲਈ ਸਾਡਾ ਜੀਵਨ ਹੀਰੇ ਵਰਗਾ ਬਣਾਉਂਦੇ ਹੈ। ਜਦੋਂ ਤੋਂ ਮਾਇਆ ਦਾ ਪ੍ਰਵੇਸ਼ ਹੋਇਆ ਹੈ ਅਸੀਂ ਕੌੜੀ ਵਰਗੇ ਬਣਦੇ ਆਏ ਹਾਂ। ਕਲਾਵਾਂ ਘੱਟ ਹੁੰਦੀਆਂ ਗਈਆਂ ਹੈ। ਮਾਇਆ ਇਵੇਂ ਖਾਂਦੀ ਆਈ ਹੈ ਜੋ ਸਾਨੂੰ ਕੁਝ ਵੀ ਪਤਾ ਨਹੀਂ ਚੱਲਿਆ। ਹੁਣ ਬਾਪ ਨੇ ਆ ਕੇ ਬੱਚਿਆਂ ਨੂੰ ਜਗਾਇਆ ਹੈ ਅਗਿਆਨ ਨੀਂਦ ਤੋਂ। ਉਹ ਨੀਂਦ ਨਹੀਂ ਅਗਿਆਨ ਨੀਂਦ ਵਿੱਚ ਸੁੱਤੇ ਪਏ ਹੈ। ਗਿਆਨ ਤਾਂ ਗਿਆਨ ਸਾਗਰ ਹੀ ਦਿੰਦਾ ਹੈ, ਹੋਰ ਕੋਈ ਦੇ ਨਹੀਂ ਸਕਦੇ। ਇੱਕ ਹੀ ਸਾਡਾ ਬਿਲਵਡ ਮੋਸਟ ਬਾਪ ਗਿਆਨ ਦਾ ਸਾਗਰ ਪਤਿਤ ਪਾਵਨ ਦੇ ਸਕਦਾ ਹੈ। ਹੁਣ ਬੱਚੇ ਜਾਣ ਗਏ ਹੈ ਇਸ ਜੁਗਤੀ ਨਾਲ ਬਾਪ ਸਾਨੂੰ ਪਾਵਨ ਬਣਾ ਰਹੇ ਹੈ। ਪੁਕਾਰਦੇ ਵੀ ਹੈ ਹੇ ਪਤਿਤ ਪਾਵਨ ਆਓ, ਪਰੰਤੂ ਸਮਝਦੇ ਨਹੀਂ ਕਿ ਕਿਵੇਂ ਆ ਕੇ ਪਾਵਨ ਬਣਾਉਣਗੇ। ਫਿਰ ਪਤਿਤ ਪਾਵਨ ਕਹਿੰਦੇ ਰਹਿਣ ਨਾਲ ਪਾਵਨ ਨਹੀਂ ਬਣ ਜਾਣਗੇ। ਤੁਸੀਂ ਜਾਣਦੇ ਹੈ ਇਸ ਸਮੇਂ ਸਭ ਪਤਿਤ ਭ੍ਰਸ਼ਟਾਚਾਰੀ ਹੈ ਜੋ ਭ੍ਰਸ਼ਟਾਚਾਰ ਨਾਲ ਪੈਦਾ ਹੁੰਦੇ ਹੈ। ਉਹ ਕਰਤੱਵਯ ਵੀ ਉਵੇਂ ਦਾ ਹੀ ਕਰਨਗੇ। ਇਹ ਬੇਹੱਦ ਦਾ ਬਾਪ ਬੈਠ ਸਮਝਾਉਂਦੇ ਹੈ। ਤੁਸੀਂ ਇੱਥੇ ਸਾਹਮਣੇ ਬੈਠ ਕੇ ਸੁਣਦੇ ਹੈ ਤਾਂ ਤੁਹਾਡੀ ਬੁੱਧੀ ਦਾ ਯੋਗ ਬਾਪ ਦੇ ਨਾਲ ਰਹਿੰਦਾ ਹੈ। ਫਿਰ ਕੁਸੰਗ ਵੱਲ ਜਾਂਦੇ ਹੈ, ਬੋਤਿਆਂ ਨੂੰ ਮਿਲਦੇ ਕਰਦੇ ਹੈ। ਵਾਤਾਵਰਣ
ਵਾਤਾਵਰਣ ਸੁਣਦੇ ਹੈ ਤਾਂ ਜੋ ਸਾਹਮਣੇ ਦੀ ਅਵਸਥਾ ਰਹਿੰਦੀ ਹੈ ਉਹ ਅਵਸਥਾ ਬਦਲ ਜਾਂਦੀ ਹੈ। ਇੱਥੇ ਤਾਂ ਸਾਹਮਣੇ ਬੈਠੇ ਹੈ ਖੁਦ ਗਿਆਨ ਦਾ ਸਾਗਰ ਪਰਮਪਿਤਾ ਪਰਮਾਤਮਾ ਬੈਠ ਗਿਆਨ ਦਾ ਬਾਣ ਮਾਰਦੇ ਹੈ। ਇਸ ਲਈ ਮਧੂਬਨ ਦੀ ਮਹਿਮਾ ਹੈ। ਗਾਉਂਦੇ ਵੀ ਹੈ ਮਧੂਬਨ ਵਿੱਚ ਮੁਰਲੀ ਵਜੇ। ਮੁਰਲੀ ਦਾ ਬਹੁਤ ਜਗ ਤੇ ਵੱਜਦੀ ਹੈ ਪਰੰਤੂ ਇੱਥੇ ਸਾਹਮਣੇ ਬੈਠ ਕੇ ਸਮਝਾਉਂਦੇ ਹੈ ਅਤੇ ਬੱਚਿਆਂ ਨੂੰ ਸਾਵਧਾਨੀ ਵੀ ਦਿੰਦੇ ਹੈ। ਬੱਚੇ ਖਬਰਦਾਰ ਰਹਿਣਾ, ਕੋਈ ਉਲਟਾ ਸੁਲਟਾ ਸੰਗ ਨਹੀਂ ਕਰਨਾ। ਲੋਕ ਤੁਹਾਨੂੰ ਉਲਟੀਆਂ ਗੱਲਾਂ ਸੁਣਾ ਕੇ ਡਰਾ ਇਸ ਪੜ੍ਹਾਈ ਤੇ ਛੁਡਾ ਦੇਣਗੇ। ਸੰਗ ਤਾਰੇ ਕੁਸੰਗ ਬੋਰੇ। ਇੱਥੇ ਹੈ ਸਤ ਬਾਪ ਦਾ ਸੰਗ। ਤੁਸੀਂ ਪ੍ਰਤਿਗਿਆ ਵੀ ਕਰਦੇ ਹੋ ਕਿ ਅਸੀਂ ਇੱਕ ਤੋਂ ਹੀ ਸੁਣਾਂਗੇ, ਇੱਕ ਦਾ ਹੀ ਫਰਮਾਨ ਮੰਨਾਂਗੇ। ਤੁਸੀਂ ਸਭ ਦਾ ਬਾਪ ਟੀਚਰ ਸਤਿਗੁਰੂ ਉਹ ਇੱਕ ਹੀ ਹੈ। ਉੱਥੇ ਤਾਂ ਗੁਰੂ ਲੋਕ ਸਿਰਫ ਸ਼ਾਸਤਰ ਹੀ ਸੁਣਾਉਂਦੇ ਰਹਿੰਦੇ ਹੈ। ਨਹੀਂ ਗੱਲ ਕੋਈ ਨਹੀਂ, ਨਾ ਬਾਪ ਦਾ ਪਰਿਚੈ ਹੀ ਦੇ ਸਕਦੇ, ਨਾ ਗਿਆਨ ਦੀਆਂ ਗੱਲਾਂ ਹੀ ਜਾਣਦੇ। ਸਭ ਨੇਤੀ ਨੇਤੀ ਕਹਿੰਦੇ ਆਏ, ਅਸੀਂ ਰਚਤਾ ਔਰ ਰਚਨਾ ਨੂੰ ਨਹੀਂ ਜਾਣਦੇ। ਜਦੋਂ ਬਾਪ ਆਉਂਦੇ ਹੈ ਤਾਂ ਹੀ ਸਮਝਾਉਂਦੇ ਹੈ। ਉਹਨਾਂ ਕਲਯੁਗੀ ਗੁਰੂਆਂ ਵਿੱਚ ਵੀ ਨੰਬਰਵਾਰ ਹੈ। ਕਿਸੇ ਦੇ ਤਾਂ ਲੱਖਾਂ ਫੋਲੋਅਰਸ ਹੈ। ਤੁਸੀਂ ਸਮਝਦੇ ਹੋ ਸਾਡਾ ਸਤਿਗੁਰੂ ਇੱਕ ਹੀ ਹੈ, ਮਰਨ ਆਦਿ ਦਾ ਗੱਲ ਹੀ ਨਹੀਂ। ਇਹ ਸਰੀਰ ਤਾਂ ਸ਼ਿਵ ਬਾਬਾ ਦਾ ਹੈ ਨਹੀਂ, ਉਹ ਤਾਂ ਆ ਸ਼ਰੀਰੀ ਅਮਰ ਹੈ। ਸਾਡੀ ਆਤਮਾ ਨੂੰ ਹੀ ਅਮਰ ਕਥਾ ਸੁਣਾਏ ਅਮਰ ਬਣਾ ਰਹੇ ਹੈ। ਅਮਰਪੁਰੀ ਵਿੱਚ ਲੈ ਜਾਂਦੇ ਹੈ, ਫਿਰ ਸੁਖ ਧਾਮ ਵਿੱਚ ਭੇਜ ਦਿੰਦੇ ਹੈ। ਨਿਰਮਾਣ ਧਾਮ ਹੈ ਹੀ ਅਮਰਪੁਰੀ। ਹੁਣ ਤੁਹਾਡੀ ਬੁੱਧੀ ਵਿੱਚ ਰਹਿੰਦਾ ਹੈ। ਅਸੀਂ ਆਤਮਾ ਸਰੀਰ ਛੱਡ ਕੇ ਜਾਵਾਂਗੀਆਂ ਬਾਪ ਦੇ ਕੋਲ। ਫਿਰ ਜਿਸ ਨੇ ਜਿੰਨਾ ਪੁਰਸ਼ਾਰਥ ਕੀਤਾ ਹੋਵੇਗਾ ਉਸ ਮੁਤਾਬਿਕ ਪਦਵੀ ਪਾਵਾਂਗੀ। ਤੁਸੀਂ ਜਾਣਦੇ ਹੋ ਅਸੀਂ ਆਤਮਾ ਉੱਥੇ ਹੀ ਰਹਿਣ ਵਾਲੀਆਂ ਹਾਂ। ਉੱਥੇ ਫਿਰ ਸਰੀਰ ਵਿੱਚ ਆਉਂਦੇ ਹਾਂ। ਪਹਿਲੇ ਕੌਣ ਆਇਆ ਪਾਟ ਵਜਾਉਣ, ਇਹ ਤੁਸੀਂ ਸਮਝਦੇ ਹੋ। ਅਸੀਂ ਆਤਮਾ ਨਿਰਾਕਾਰੀ ਦੁਨੀਆ ਤੋਂ ਆਏ ਹਾਂ ਪਾਟ ਵਜਾਉਣ। ਇਸ ਸਮੇਂ ਤੁਸੀਂ ਬੱਚਿਆਂ ਨੂੰ ਨੌਲੇਜ ਮਿਲੀ ਹੈ ਕਿਵੇਂ ਨੰਬਰਵਾਰ ਹਰ ਧਰਮ ਵਾਲੇ ਆਪਣਾ ਪਾਠ ਅਨੁਸਾਰ ਆਉਂਦੇ ਹੈ। ਇਸ ਨੂੰ ਅਵਿਨਾਸ਼ੀ ਡਰਾਮਾ ਕਿਹਾ ਜਾਂਦਾ ਹੈ। ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਅਸੀਂ ਬੇਹੱਦ ਡਰਾਮੇ ਦੇ ਐਕਟਰ ਹਾਂ। ਨਾ ਬੇਹੱਦ ਦੀ ਹਿਸਟਰੀ ਜੀਓਗ੍ਰਾਫੀ ਨੂੰ, ਨਾ ਆਪਣੇ ਜਨਮਾਂ ਨੂੰ ਹੀ ਜਾਣਦੇ ਹਾਂ। ਬਾਬਾ ਤੁਹਾਨੂੰ ਕਿੰਨਾ ਰਿਫਰੈਸ਼ ਕਰਦੇ ਹੈ ਪੁਰਸ਼ਾਰਥ ਅਨੁਸਾਰ। ਕੋਈ ਤਾਂ ਬੜੀ ਖੁਸ਼ੀ ਵਿੱਚ ਰਹਿੰਦੇ ਹੈ। ਬਾਬਾ ਸਾਨੂੰ ਸਤ ਗਿਆਨ ਸੁਣਾ ਰਹੇ ਹੈ। ਹੋਰ ਕੋਈ ਮਨੁੱਖ ਮਾਤਰ ਇਹ ਗਿਆਨ ਦੇ ਨਹੀਂ ਸਕਦਾ। ਇਸ ਲਈ ਇਸ ਨੂੰ ਅਗਿਆਨ ਹਨੇਰ ਕਿਹਾ ਜਾਂਦਾ ਹੈ। ਹੁਣ ਤੁਸੀਂ ਜਾਣਦੇ ਹੋ ਅਸੀਂ ਹਨੇਰੇ ਵਿੱਚ ਕਿਵੇਂ ਆਏ, ਫਿਰ ਗਿਆਨ ਸੋਜਰੇ ਵਿੱਚ ਕਿਵੇਂ ਜਾਣਾ ਹੈ। ਇਹ ਵੀ ਨੰਬਰਵਾਰ ਸਮਝ ਸਕਦੇ ਹੈ। ਘੋਰ ਹਨੇਰਾ ਅਤੇ ਘੋਰ ਸੋਜਰਾ ਕਿਸ ਨੂੰ ਕਿਹਾ ਜਾਂਦਾ ਹੈ। ਇਹ ਅੱਖਰ ਬੇਹੱਦ ਨਾਲ ਲੱਗਦਾ ਹੈ। ਆਧਾ ਕਲਪ ਰਾਤ, ਆਧਾ ਕਲਪ ਦਿਨ, ਜਾਂ ਸਮਝੋ ਸ਼ਾਮ ਅਤੇ ਸਵੇਰਾ। ਇਹ ਬੇਹੱਦ ਦੀ ਗੱਲ ਹੈ। ਬਾਬਾ ਆ ਕੇ ਸਭ ਸ਼ਾਸਤਰਾਂ ਦਾ ਸਾਰ ਸਮਝਾਉਂਦੇ ਹੈ। ਇਹ ਜੋ ਦਾਨ ਪੁੰਨਿਆ ਕਰਦੇ ਹੈ, ਸ਼ਾਸਤਰ ਪੜ੍ਹਦੇ ਹੈ, ਉਸ ਤੋਂ ਤਾਂ ਅਲਪ ਕਾਲ ਦਾ ਸੁੱਖ ਮਿਲਦਾ ਹੈ। ਬਾਪ ਕਹਿੰਦੇ ਹੈ ਮੈਂ ਇਹਨਾਂ ਨਾਲ ਨਹੀਂ ਮਿਲਦਾ ਹਾਂ। ਜੋ ਮੈਂ ਵਿਸ਼ਵ ਦਾ ਮਾਲਿਕ ਉਹਨਾਂ ਨੂੰ ਬਣਾਵਾਂ। ਇਹ ਵੀ ਸਮਝਦੇ ਹੋ ਕਿ ਸਭ ਵਿਸ਼ਵ ਦੇ ਮਾਲਿਕ ਬਣ ਨਹੀਂ ਸਕਦੇ। ਮਾਲਿਕ ਉਹ ਬਣਦੇ ਹੈ ਜਿਨ੍ਹਾਂ ਨੂੰ ਬਾਪ ਪੜ੍ਹਾਉਂਦੇ ਹੈ। ਉਹ ਹੀ ਰਾਜਯੋਗ ਸਿੱਖ ਰਹੇ ਹੈ। ਸਾਰੇ ਦੁਨੀਆ ਦਾ ਰਾਜਯੋਗ ਨਹੀਂ ਸਿੱਖਦੀ ਹੈ। ਕੋਟਾਂ ਵਿੱਚ ਕੋਈ ਹੀ ਪੜ੍ਹਦੇ ਹੈ। ਕੋਈ ਤਾਂ 5-6 ਬਰੇ 10 ਬਰੇ ਰਾਜਯੋਗ ਸਿੱਖਦੇ ਫਿਰ ਵੀ ਪੜ੍ਹਾਈ ਛੱਡ ਦਿੰਦੇ ਹੈ। ਬਾਪ ਕਹਿੰਦੇ ਹੈ ਮਾਇਆ ਬਹੁਤ ਪਰਵਲ ਹੈ, ਬਿਲਕੁਲ ਹੀ ਬੇਸਮਝ ਬਣਾ ਦਿੰਦੀ ਹੈ। ਕਹਾਵਤ ਹੈ ਨਾ, ਆਸ਼ਚर्यवंत ਬਾਪ ਦਾ ਬੰਤੀ ਕਥੰਤੀ ਫਿਰ ਫਰਾਕਤੀ ਦੇਵੰਤੀ। ਬਾਬਾ ਆਖਦੇ ਨੇ ਬਾਪ ਕਹਿੰਦੇ ਹੈ ਉਹਨਾਂ ਦਾ ਹੀ ਦੋਸ਼ ਨਹੀਂ ਹੈ। ਮਾਇਆ ਤੂਫਾਨ ਵਿੱਚ ਲੈ ਆਉਂਦੀ ਹੈ। ਅਜਿਹੀਆਂ ਸਜਣੀਆਂ ਜਿਨ੍ਹਾਂ ਨੂੰ ਸ਼ਿੰਗਾਰ ਕੇ ਸਵਰਗ ਦੀ ਮਹਾਰਾਣੀ ਬਣਾਉਂਦੇ ਹਾਂ, ਉਹ ਵੀ ਛੱਡ ਦਿੰਦੀਆਂ ਹੈ। ਫਿਰ ਵੀ ਬਾਪ ਕਹਿੰਦੇ ਹੈ ਜਿਨ੍ਹਾਂ ਨਾਲ ਸਗਾਈ ਕੀਤੀ ਉਹਨਾਂ ਨੂੰ ਯਾਦ ਕਰਨਾ ਹੈ।
ਯਾਦ ਕੋਈ ਫਟ ਨਾ ਠਹਿਰੇਗੀ ਨਹੀਂ। ਆਦਾ ਕਲਪ ਨਾਮ ਰੂਪ ਵਿੱਚ ਫਸਦੇ ਆਏ ਹੋ। ਹੁਣ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ, ਬੜਾ ਮੁਸ਼ਕਿਲ ਹੈ। ਸਤਯੁਗ ਵਿੱਚ ਤੁਸੀਂ ਆਤਮਾ ਅਭਿਮਾਨੀ ਬਣਦੇ ਹੋ, ਪਰੰਤੂ ਪਰਮਾਤਮਾ ਨੂੰ ਨਹੀਂ ਜਾਣਦੇ ਹੈ। ਪਰਮਾਤਮਾ ਨੂੰ ਸਿਰਫ ਇੱਕ ਹੀ ਵਾਰੀ ਜਾਣਾ ਹੁੰਦਾ ਹੈ। ਇੱਥੇ ਤੁਸੀਂ ਦੇਹ ਅਭਿਮਾਨੀ ਆਦਾ ਕਲਪ ਬਣ ਜਾਂਦੇ ਹੋ। ਇਹ ਵੀ ਨਹੀਂ ਸਮਝਦੇ ਹੈ ਆਤਮਾਵਾਂ ਨੂੰ ਇਹ ਸਰੀਰ ਛੱਡ ਦੂਸਰਾ ਲੈ ਪਾਟ ਵਜਾਣਾ ਹੈ। ਫਿਰ ਰੋਣ ਦੀ ਲੋੜ ਨਹੀਂ। ਜਦੋਂ ਬਾਪ ਦੁਆਰਾ ਸੁਖ ਧਾਮ ਦਾ ਵਰਸਾ ਮਿਲ ਰਿਹਾ ਹੈ ਤਾਂ ਕਿਉਂ ਨਾ ਪੂਰਾ ਅਟੈਂਸ਼ਨ ਦੇਵੇ। ਅੱਛਾ, ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁਖਸਾਰ। ਨੰਬਰ 1 ਪਰ ਇੱਕ ਬਾਪ ਦੇ ਹੀ ਫਰਮਾਨ ਤੇ ਚੱਲਣਾ ਹੈ, ਬਾਪ ਤੋਂ ਸੁਣਨਾ ਹੈ। ਮਨੁੱਖਾਂ ਦੀਆਂ ਉਲਟੀਆਂ ਗੱਲਾਂ ਸੁਣ ਉਹਨਾਂ ਤੇ ਪ੍ਰਭਾਵ ਵਿੱਚ ਨਹੀਂ ਆਉਣਾ ਹੈ, ਉਲਟਾ ਸੰਗ ਨਹੀਂ ਕਰਨਾ ਹੈ। ਨੰਬਰ 2 ਪੜ੍ਹਾਈ ਅਤੇ ਪੜ੍ਹਾਉਣ ਵਾਲੇ ਨੂੰ ਸਦਾ ਯਾਦ ਰੱਖਣਾ ਹੈ। ਸਵੇਰੇ ਸਵੇਰੇ ਕਲਾਸ ਵਿੱਚ ਜ਼ਰੂਰ ਆਉਣਾ ਹੈ। ਵਰਦਾਨ ਹੈ, ਸਾਧਨਾ ਨੂੰ ਸਹਾਰਾ ਬਣਾਉਣ ਦੀ ਬਜਾਏ ਨਮਿਤ ਮਾਤਰ ਕੰਮ ਵਿੱਚ ਲਗਾਉਣ ਵਾਲੇ ਸਦਾ ਸਾਖਸ਼ੀ ਦ੍ਰਿਸ਼ਟਾ ਭਵ। ਸਾਧਨਾ ਨੂੰ ਸਹਾਰਾ ਬਣਾਉਣ ਦੀ ਬਜਾਏ ਨਮਿਤ ਮਾਤਰ ਕੰਮ ਵਿੱਚ ਲਗਾਉਣ ਵਾਲੇ ਸਦਾ ਸਾਖਸ਼ੀ ਦ੍ਰਿਸ਼ਟਾ ਭਵ। ਕਈ ਬੱਚੇ ਚਲਦੇ ਚਲਦੇ ਬੀਜ ਨੂੰ ਛੱਡ ਟਾਲੀਆਂ ਵਿੱਚ ਆਕਰਸ਼ਿਤ ਹੋ ਜਾਂਦੇ ਹੈ। ਕੋਈ ਆਤਮਾ ਨੂੰ ਆਧਾਰ ਬਣਾ ਲੈਂਦੇ, ਹੋਰ ਕੋਈ ਸਾਧਨਾ ਨੂੰ, ਕਿਉਂਕਿ ਬੀਜ ਦਾ ਰੂਪ ਰੰਗ ਸ਼ੋਭਨਿਕ ਨਹੀਂ ਹੁੰਦਾ ਅਤੇ ਟਾਲੀਆਂ ਦਾ ਰੂਪ ਰੰਗ ਬੜਾ ਸ਼ੋਭਨਿਕ ਹੁੰਦਾ ਹੈ। ਮਾਇਆ ਬੁੱਧੀ ਨੂੰ ਅਜਿਹਾ ਪਰਿਵਰਤਨ ਕਰ ਦਿੰਦੀ ਹੈ ਜੋ ਝੂਠਾ ਸਹਾਰਾ ਵੀ ਸੱਚਾ ਮਹਿਸੂਸ ਹੁੰਦਾ ਹੈ। ਇਸ ਲਈ ਸਭ ਸਾਕਾਰ ਸਵਰੂਪ ਵਿੱਚ ਬਾਪ ਦੇ ਸਾਥ ਦਾ ਅਤੇ ਸਾਖਸ਼ੀ ਦ੍ਰਿਸ਼ਟਾ ਸਥਿਤੀ ਦਾ ਅਨੁਭਵ ਵਧਾਓ। ਸਾਧਨਾ ਨੂੰ ਸਹਾਰਾ ਨਹੀਂ ਬਣਾਓ, ਉਹਨਾਂ ਨੂੰ ਨਮਿਤ ਮਾਤਰ ਕੰਮ ਵਿੱਚ ਲਗਾਵੋ। ਸਲੋਗਨ ਅੱਜ ਦਾ, ਰੂਹਾਨੀ ਸ਼ਾਨ ਵਿੱਚ ਰਹੋ ਤਾਂ ਅਭਿਮਾਨ ਦੀ ਫੀਲਿੰਗ ਨਹੀਂ ਆਵੇਗੀ। ਰੂਹਾਨੀ ਸ਼ਾਨ ਵਿੱਚ ਰਹੋ ਤਾਂ ਅਭਿਮਾਨ ਦੀ ਫੀਲਿੰਗ ਨਹੀਂ ਆਵੇਗੀ। ਅੱਛਾ, ਓਮ ਸ਼ਾਂਤੀ।